तिरंगा ही आन है, तिरंगा ही शान है, तिरंगा ही हम हिंदुस्तानियों की पहचान है। प्यार भरा नमस्कार, सत श्री अकाल प्यारे बच्चों, अध्यापक साहिबान, आप सभी को 76वें आज़ादी दिवस की ढेर सारी शुभकामनाएं। बच्चों, ये आज़ादी, ये स्वतंत्रता हमें जिन योद्धाओं ने, वीरों ने दिलवाई है, वो हमारे देश की शान है। हमें उन सभी पर मान है। तो आइए आज हम सब उन सभी वीरों की गाथाओं को दोहराएं, उन्हें याद करें, उनके जज्बे को देखें और अपने दिल में भी वही जज्बा अपने देश के लिए पैदा करें। इसीलिए आज हमने अपने स्टूडियो में मैडम जसप्रीत कौर जी को बुलाया हुआ है। वो आपसे ऐसे वीरों की कुछ गाथाएं जो हैं उन पे चर्चा करेंगी, जो कहीं ना कहीं पंजाब की धरती से तो जुड़े हुए हैं, लेकिन उन्होंने न कि पंजाब, न कि देश, बल्कि पूरे विश्व में अपने हिंदुस्तान का नाम ऊंचा किया है, रोशन किया है। जसप्रीत जी, आपका एजुसेट में बहुत बहुत स्वागत है। थैंक यू मैम, थैंक यू सो मच। जिवें कि श्रुति मैम ने दस्सिया है कि अज असी 76वां आज़ादी दिवस मनाउण जा रहे हाँ। तकरीबन साडे देश नूं 76 साल हो गए आज़ाद होया नूं। सो अज असी उन्हां योद्धियां बारे, उन्हां सूरबीरां बारे थोड़ा जिहा पढ़ांगे, जानकारी लवांगे, जिन्हां ने छोटी उम्र दे विच अपने देश दे उत्तों जान वार दित्ती। जिन्हां दे विच सब तो पहलां असी श्रुति मैम गल करांगे, आपां मदन लाल ढींगरा जी बारे गल करांगे, जिन्हां दा जन्म 18/9/1883 ਨੂੰ पंजाब ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਹੋਇਆ। ਪਿਤਾ ਸਿਵਲ ਸਰਜਨ ਸਨ, ਬਹੁਤ ਅੱਛੇ ਪਰਿਵਾਰ ਨਾਲ ਸੰਬੰਧ ਰੱਖਦੇ ਸਨ। ਜਿਹੜੀ ਲੋਕਲ ਆਪਣੀ ਐਜੂਕੇਸ਼ਨ ਹੈ ਆਪਣੇ ਨੇੜੇ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਹਾਇਰ ਐਜੂਕੇਸ਼ਨ ਵਾਸਤੇ ਪਿਤਾ ਨੇ ਉਹਨਾਂ ਨੂੰ ਲਾਹੌਰ ਕਾਲਜ ਦੇ ਵਿੱਚ ਭੇਜ ਦਿੱਤਾ। ਲਾਹੌਰ ਕਾਲਜ ਦੇ ਵਿੱਚ ਜਦੋਂ ਉਹ ਗਏ ਤਾਂ ਉਹਨਾਂ ਨੇ ਕੁਝ ਜਿਹੜੇ ਕ੍ਰਾਂਤੀਕਾਰੀ ਸੀ ਉਹਨਾਂ ਦੇ ਵਿਚਾਰ ਨਾਲ ਪੜ੍ਹੇ, ਨਾਲ ਸਾਂਝੇ ਕੀਤੇ, ਤਾਂ ਉਹਨਾਂ ਨੂੰ ਲੱਗਿਆ ਕਿ ਸਾਡਾ ਦੇਸ਼ ਕਿਤੇ ਨਾ ਕਿਤੇ ਗੁਲਾਮ ਹੈ। ਜਦੋਂ ਪਿਤਾ ਨੂੰ ਆਪਣੇ ਬੇਟੇ ਦੇ ਬਾਰੇ ਪਤਾ ਲੱਗਾ ਕਿ ਇਸ ਦਾ ਧਿਆਨ ਤਾਂ ਕ੍ਰਾਂਤੀਕਾਰੀ ਤਰੀਕਿਆਂ ਵੱਲ ਜਾ ਰਿਹਾ ਹੈ, ਤਾਂ ਉਹਨਾਂ ਨੇ ਆਪਣੇ ਬੇਟੇ ਨੂੰ ਜ਼ਿਆਦਾ ਕੁਆਲੀਫਾਈਡ ਕਰਨ ਵਾਸਤੇ ਇੰਗਲੈਂਡ ਭੇਜ ਦਿੱਤਾ, ਤਾਂ ਜੋ ਉਸ ਦਾ ਹਿੰਦੁਸਤਾਨ ਦੇ ਵਿੱਚੋਂ ਨਾਤਾ ਟੁੱਟ ਜਾਵੇ। ਪਰ ਕਹਿੰਦੇ ਨੇ ਨਾ ਕਿ ਜਿਸ ਬੰਦੇ ਦੇ ਜੋ ਦਿਮਾਗ ਦੇ ਵਿੱਚ ਇੱਕ ਵਾਰੀ ਜੋਸ਼ ਆ ਜਾਵੇ ਆਪਣੇ ਦੇਸ਼ ਦੇ ਪ੍ਰਤੀ, ਤਾਂ ਉਹ ਕਿੱਥੇ ਰੁਕਦੇ ਨੇ। ਇੰਗਲੈਂਡ ਗਏ, ਉੱਥੇ ਵੀ ਜਿਹੜੇ ਕ੍ਰਾਂਤੀਕਾਰੀ ਸੀ, ਲਾਲਾ ਹਰਦਿਆਲ ਸੀ, ਕਾਂਸ਼ੀ ਰਾਮ ਸੀ, ਸੋਹਣ ਸਿੰਘ ਪਕਨਾ ਸੀ, ਵਿਸ਼ਨੂੰ ਗੋਪਾਲ ਪਿੰਗਲੇ ਸੀ, ਉਹਨਾਂ ਸਾਰਿਆਂ ਦੇ ਸੰਪਰਕ ਵਿੱਚ ਆਏ ਤੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਜੋਸ਼ ਪੈਦਾ ਹੋਇਆ। ਇੱਕ ਗੱਲ ਆਪਾਂ ਇੱਥੇ ਦੇਖਾਂਗੇ ਕਿ ਜਦੋਂ ਉਹ ਇੰਗਲੈਂਡ ਦੇ ਵਿੱਚ ਗਏ ਤਾਂ ਉਹਨਾਂ ਨੇ ਉੱਥੇ ਲਾਰਡ ਵਾਇਲੀ ਸੀ ਉਸ ਦੇ ਸਪੀਚ ਨੂੰ ਸੁਣਿਆ ਅਤੇ ਉਹਨਾਂ ਨੂੰ ਬੜਾ ਗੁੱਸਾ ਆਇਆ ਕਿ ਸਾਡੇ ਦੇਸ਼ ਦੇ ਬਾਰੇ ਇਹ ਕਿੱਦਾਂ ਦੇ ਲਫ਼ਜ਼ ਇਸਤੇਮਾਲ ਕਰ ਰਹੇ ਹਨ। ਤਾਂ ਉਹਨਾਂ ਨੇ 23 ਜੁਲਾਈ 1909 ਨੂੰ ਇੱਕ ਕਰਜ਼ਨ ਵਾਇਲੀ ਦੀ ਜਿਹੜੀ ਸੀਗੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਆਪਣੇ ਆਪ ਨੂੰ ਖੁੱਲ੍ਹੇ ਲਫ਼ਜ਼ਾਂ ਵਿੱਚ ਕਿਹਾ ਕਿ ਮੈਂ ਆਪਣਾ ਜੀਵਨ ਜਿਹੜਾ ਹੈ ਉਹ ਆਪਣੇ ਦੇਸ਼ ਨੂੰ ਸਮਰਪਿਤ ਕਰ ਰਿਹਾ ਹਾਂ, ਮੈਨੂੰ ਉਸ ਨੂੰ ਮਾਰਨ ਦੇ ਵਿੱਚ ਕੋਈ ਵੀ ਗਲਤੀ ਨਜ਼ਰ ਨਹੀਂ ਆ ਰਹੀ। ਅਖੀਰ ਮੁਕੱਦਮਾ ਚਲਾਇਆ ਗਿਆ ਅਤੇ 17 ਅਗਸਤ 1909 ਨੂੰ ਪੈਂਟਨਵਿਲੇ ਇੰਗਲੈਂਡ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। ਇਹ ਸਨ ਸਾਡੇ ਸ਼ਹੀਦ ਮਦਨ ਲਾਲ ਢੀਂਗਰਾ ਜੀ। ਉਸ ਤੋਂ ਬਾਅਦ ਸਾਡੀਆਂ ਨੌਜਵਾਨ ਜਿਹੜੀ ਪੀੜ੍ਹੀ ਹੈ ਉਹ ਕਿਤੇ ਨਾ ਕਿਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਇਹ ਜਿਹੜੀ ਫੇਸ ਹੈ, ਇਹ ਜਿਹੜਾ ਇੱਕ ਭੋਲਾ ਭਾਲਾ ਜਿਹਾ ਫੇਸ ਹੈ, ਇਸ ਨੂੰ ਅਸੀਂ ਕਦੀ ਨਹੀਂ ਭੁੱਲ ਸਕਦੇ ਹੈ। ਉਸ ਦੀ ਲਿਖੀ ਹੋਈ ਕਵਿਤਾ ਹਿੰਦ ਵਾਸਿਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਦੇਣਾ, ਖਾਤਰ ਵਤਨ ਦੀ ਲੱਗੇ ਹਾਂ ਚੜ੍ਹਨ ਫਾਂਸੀ, ਕਿਤੇ ਦੇਖ ਕੇ ਨਾ ਘਬਰਾ ਜਾਣਾ। ਪਿਆਰੇ ਬੱਚਿਓ, ਤੁਸੀਂ ਇਹ ਦੇਖੋ ਕਿ ਇੰਨਾ ਛੋਟਾ ਜਿਹਾ ਚਿਹਰਾ, ਜੇ ਆਪਾਂ ਹੁਣ ਹੋਈਏ ਤਾਂ ਸ਼ਾਇਦ 11ਵੀਂ 12ਵੀਂ ਦਾ ਇੱਕ ਬੱਚਾ ਹੋਏਗਾ ਅਤੇ ਉਸ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਸਰਾਭਾ ਪਿੰਡ ਦੇ ਵਿੱਚ ਹੋਇਆ। ਮੁੱਢਲੀ ਸਿੱਖਿਆ ਲੁਧਿਆਣੇ ਤੋਂ ਪ੍ਰਾਪਤ ਕੀਤੀ। ਫਾਦਰ ਜੋ ਸੀ ਉਹ ਬਹੁਤ ਛੋਟੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਅਤੇ ਜਿਹੜੇ ਚਾਚੇ ਸੀ 3, ਉਹ ਬਹੁਤ ਹੀ ਉੱਚ ਅਹੁਦਿਆਂ ਉੱਪਰ ਲੱਗੇ ਹੋਏ ਸਨ। ਭਾਵ ਕਹਿਣ ਦਾ ਕਿ ਉਹ ਅੰਗਰੇਜ਼ਾਂ ਦੇ ਵਫਾਦਾਰ ਕਰਮਚਾਰੀ ਸਨ ਅਤੇ ਉਹਨਾਂ ਨੂੰ ਜਦੋਂ ਦੇਖਿਆ ਕਿ ਕਰਤਾਰ ਸਿੰਘ ਸਰਾਭਾ ਦੀਆਂ ਜਿਹੜੀਆਂ ਗਤੀਵਿਧੀਆਂ ਨੇ ਉਹ ਥੋੜ੍ਹੀਆਂ ਜੋਸ਼ੀਲੀਆਂ ਨੇ, ਤਾਂ ਉਹਨਾਂ ਨੇ 1912 ਦੇ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਅਮਰੀਕਾ ਵਿਖੇ ਉੱਚ ਪੜ੍ਹਾਈ ਵਾਸਤੇ ਭੇਜ ਦਿੱਤਾ ਅਤੇ ਉੱਥੇ 30 ਬੱਚੇ ਜਿਹੜੇ ਸੀਗੇ ਉਹ ਹੋਸਟਲ 'ਚ ਰਹਿ ਰਹੇ ਸੀਗੇ, ਜਿਹਦੇ ਵਿੱਚੋਂ ਕਰਤਾਰ ਸਿੰਘ ਸਰਾਭਾ ਵੀ ਇੱਕ ਸੀ ਅਤੇ ਉਸ ਟਾਈਮ ਉਹਨਾਂ ਦੀ ਉਮਰ ਸਿਰਫ 15 ਸਾਲ ਦੀ ਸੀ।
ਅਤੇ ਅਮਰੀਕਾ ਵਿੱਚ ਉਹਨਾਂ ਨੇ ਦੇਖਿਆ ਕਿ ਕਾਲੇ ਅਤੇ ਗੋਰੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਭੇਦਭਾਵ ਕੀਤਾ ਜਾਂਦਾ ਹੈ ਅਤੇ ਇੱਕ ਵਾਰੀ ਉਹਨਾਂ ਨੂੰ ਕਾਫੀ ਜ਼ਿਆਦਾ ਅਨਾਦਰ ਦਾ ਵੀ ਸ਼ਿਕਾਰ ਹੋਣਾ ਪਿਆ। ਉਹਨਾਂ ਦੀ ਇਨਸਲਟ ਵੀ ਹੋਈ ਜਦੋਂ ਇੱਕ ਗੋਰੇ ਨੇ ਕਿਹਾ ਕਿ ਤੁਮ ਭਾਰਤ ਸੇ ਆਏ ਹੋ, ਉਹ ਤਾਂ ਇੱਕ ਗੁਲਾਮ ਦੇਸ਼ ਹੈ। ਤਾਂ ਜਿਹੜਾ ਇਹ ਲਫ਼ਜ਼ ਸੀਗਾ, ਉਹਨਾਂ ਜਿਹੜਾ ਇਸ ਲਫ਼ਜ਼ ਨੇ ਉਹਨਾਂ ਦਾ ਜਿਹੜਾ ਮਨ ਸੀਗਾ ਉਹਨੂੰ ਝੰਜੋੜ ਦਿੱਤਾ ਕਿ ਮੈਂ ਇੱਕ ਗੁਲਾਮ ਦੇਸ਼ ਦਾ ਹਾਂ। ਤਾਂ ਉਹਨਾਂ ਨੇ ਕੀ ਕੀਤਾ ਕਿ ਵਾਪਸ ਆ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਸਰਗਰਮੀਆਂ ਤੇਜ਼ ਕਰ ਦਿੱਤੀਆਂ। ਵੱਖ-ਵੱਖ ਕ੍ਰਾਂਤੀਕਾਰੀਆਂ ਨੂੰ ਮਿਲੇ, ਵੱਖ-ਵੱਖ ਦੇਸ਼ ਭਗਤਾਂ ਨੂੰ ਮਿਲੇ ਅਤੇ 1914 ਦੇ ਵਿੱਚ ਜਿਹੜਾ ਕਿ ਵਰਲਡ ਵਾਰ ਫਸਟ ਹੋਣੀ ਸੀ, ਲੋਕਾਂ ਦੇ ਘਰਾਂ ਵਿੱਚ ਜਾ ਕੇ ਕਿਹਾ ਕਿ ਤੁਸੀਂ ਅੰਗਰੇਜ਼ੀ ਸੈਨਾ ਦੇ ਵਿੱਚ ਭਰਤੀ ਨਾ ਹੋ। ਅਤੇ ਜਦੋਂ ਅੰਗਰੇਜ਼ ਸਰਕਾਰ ਨੂੰ ਪਤਾ ਲੱਗਾ ਕਿ ਕਰਤਾਰ ਸਿੰਘ ਸਰਾਭਾ ਅਤੇ ਉਸ ਦੇ ਨਾਲ ਦੇ 3 ਸਾਥੀ ਕਾਂਸ਼ੀਰਾਮ, ਪੰਡਤ ਕਾਂਸ਼ੀਰਾਮ ਅਤੇ ਵਿਸ਼ਨੂੰ ਗੋਪਾਲ ਪਿੰਗਲੇ, ਇਹ ਤਿੰਨੇ ਭਾਰਤ ਵਿੱਚ ਕੋਈ ਕ੍ਰਾਂਤੀ ਕਰਨ ਦੀ ਸਾਜ਼ਿਸ਼ ਕਰ ਰਹੇ ਹਨ, ਤਾਂ ਇਸੇ ਸ਼ੱਕ ਦੇ ਵਿੱਚ ਕਰਤਾਰ ਸਿੰਘ ਸਰਾਭਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਲਾਹੌਰ ਦੇ ਵਿੱਚ ਇਹਨਾਂ ਨੂੰ 15 ਨਵੰਬਰ 1915 ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਅਤੇ ਆਪਾਂ ਇੱਕ ਗੱਲ ਬੇਟੇ ਦੇਖੀਏ ਕਿ ਉਸ ਟਾਈਮ ਇਹਨਾਂ ਦੀ ਉਮਰ ਸਿਰਫ ਤੇ ਸਿਰਫ 19 ਸਾਲ ਦੀ ਸੀ ਅਤੇ 19 ਸਾਲ ਦਾ ਬੱਚਾ ਜਿਹੜਾ ਕਿ ਆਪਣੇ ਦੇਸ਼ ਵਾਸਤੇ ਆਪਣੀ ਜਾਨ ਵਾਰ ਦਿੰਦਾ ਹੈ, ਆਪਣੇ ਘਰ ਦੀਆਂ ਸਾਰੀਆਂ ਸਹੂਲਤਾਂ ਨੂੰ ਤਿਆਗ ਦਿੰਦਾ ਹੈ। ਇਸੇ ਕਰਕੇ ਸ਼ਾਇਦ ਸ਼ਹੀਦ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਆਦਰਸ਼ ਮੰਨਦੇ ਸਨ। ਇਸ ਤੋਂ ਬਾਅਦ ਸਾਡੇ ਕੋਲ ਅਗਲੇ ਪੰਡਤ ਕਾਸ਼ੀਰਾਮ, ਜਿਵੇਂ ਕਿ ਮੈਂ ਪਿੱਛੇ ਵੀ ਕਿਹਾ ਕਿ ਆਪਾਂ ਸਭ ਨੂੰ ਪਤਾ ਹੈ ਕਿ ਭਗਤ ਸਿੰਘ ਦੇ ਨਾਲ ਸੁਖਦੇਵ ਅਤੇ ਰਾਜਗੁਰੂ ਨੂੰ ਵੀ ਫਾਂਸੀ ਚੜਾਇਆ ਗਿਆ। ਉਸੇ ਤਰੀਕੇ ਨਾਲ ਕਰਤਾਰ ਸਿੰਘ ਸਰਾਭਾ ਦੇ ਨਾਲ 2 ਹੋਰ ਸਾਥੀ ਸੀਗੇ, ਪੰਡਤ ਕਾਸ਼ੀਰਾਮ ਅਤੇ ਵਿਸ਼ਨੂੰ ਗੋਪਾਲ ਪਿੰਗਲੇ, ਜਿਨ੍ਹਾਂ ਨੂੰ ਇਹਨਾਂ ਕ੍ਰਾਂਤੀਕਾਰੀ ਗਤੀਵਿਧੀਆਂ ਕਰਕੇ ਫਾਂਸੀ ਤੇ ਚੜਾਇਆ ਗਿਆ। ਪੰਡਤ ਕਾਂਸ਼ੀਰਾਮ, ਜਿਨ੍ਹਾਂ ਨੂੰ ਸਾਨੂੰ ਬੜਾ ਮਾਣ ਹੋਏਗਾ ਕਿ ਉਹ ਸਾਡਾ ਜਿਹੜਾ ਗਵਾਂਢੀ ਜ਼ਿਲ੍ਹਾ ਹੈ ਰੋਪੜ ਨੂੰ ਬਿਲੋਂਗ ਕਰਦੇ ਸਨ ਅਤੇ ਉਹਨਾਂ ਨੇ ਬਹੁਤ ਹੀ ਆਪਣਾ ਮਿਹਨਤ ਨਾਲ ਅਮਰੀਕਾ ਗਏ ਅਤੇ ਅਮਰੀਕਾ ਜਾ ਕੇ ਉਹਨਾਂ ਨੂੰ ਜਦੋਂ ਗਦਰ ਪਾਰਟੀ ਬਣੀ, ਜਿਹਨੂੰ ਬਣਾਇਆ ਸੀ ਸੋਹਣ ਸਿੰਘ ਭਕਨਾ ਨੇ ਅਤੇ ਉਹਦੀ ਪ੍ਰਧਾਨਗੀ ਕੀਤੀ ਸੀ ਆਪਣਾ ਲਾਲਾ ਹਰਦਿਆਲ ਜੀ ਨੇ ਕੀਤੀ ਸੀ। ਅਤੇ ਪੰਡਤ ਕਾਸ਼ੀਰਾਮ ਜਿਹੜੇ ਸੀਗੇ ਉਹ 2 ਸਾਲ ਤੱਕ ਉਸ ਗਦਰ ਪਾਰਟੀ ਦੇ ਖਜ਼ਾਨਚੀ ਰਹੇ, ਭਾਵ ਉਹਨਾਂ ਨੇ ਸਾਰਾ ਜਿਹੜਾ ਪੈਸੇ ਦਾ ਹਿਸਾਬ ਕਿਤਾਬ ਸੀ ਉਹ ਸਾਰਾ ਉਹ ਆਪਣੇ ਕੋਲ ਰੱਖਦੇ ਸਨ। ਇਸ ਤੋਂ ਬਾਅਦ 1914 ਦੇ ਵਿੱਚ ਹੀ ਉਹ ਵਾਪਸ ਆ ਗਏ ਅਤੇ ਉਹਨਾਂ ਨੇ ਕਰਤਾਰ ਸਿੰਘ ਸਰਾਭਾ ਨਾਲ ਮਿਲ ਕੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦਾ ਸੁਪਨਾ ਲਿਆ। ਜਗ੍ਹਾ ਜਗ੍ਹਾ ਤੇ ਛਾਉਣੀਆਂ ਵਿੱਚ ਜਾ ਕੇ ਭਾਰਤੀਆਂ ਨੂੰ ਦੇਸ਼ ਭਗਤੀ ਦਾ ਪਾਠ ਪੜਾਇਆ ਅਤੇ ਇਸ ਕੰਮ ਲਈ ਪੈਸੇ ਦੀ ਲੋੜ ਸੀ ਅਤੇ ਇਸ ਜ਼ਰੂਰਤ ਨੂੰ ਪੂਰਾ ਕਰਨ ਲਈ ਉਹਨਾਂ ਨੇ ਇੱਕ ਵਾਰੀ ਮੋਗਾ ਦਾ ਜਿਹੜਾ ਸਰਕਾਰੀ ਖਜ਼ਾਨਾ ਹੈ ਉਹਨੂੰ ਲੁੱਟਣ ਦੀ ਵੀ ਕੋਸ਼ਿਸ਼ ਕੀਤੀ, ਪਰ ਉਸ ਵਿੱਚ ਉਹ ਕਾਮਯਾਬ ਨਹੀਂ ਹੋ ਸਕੇ। ਪਰ ਇਸ ਲੁੱਟਣ ਦੇ ਵਿੱਚ ਇੱਕ ਸਬ ਇੰਸਪੈਕਟਰ ਅਤੇ ਇੱਕ ਜ਼ਿਲ੍ਹੇਦਾਰ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਅਤੇ ਇਸੇ ਹੀ ਕੇਸ ਦੇ ਵਿੱਚ ਉਹਨਾਂ ਨੂੰ 27 ਮਾਰਚ 1915 ਨੂੰ ਕਰਤਾਰ ਸਿੰਘ ਸਰਾਭਾ ਦੇ ਨਾਲ फांसी दे दी गई। प्यारे बच्चों, जो आप अभी अपने जसप्रीत मैडम से सुन रहे हैं इन वीरों की गाथाएं, तो इससे हम ये तो समझ सकते हैं कि ये जो देश के प्रति जज्बा है ये एक भावना है जो कोई उम्र नहीं देखती। इतनी कम उम्र में देश के लिए अपना जान तक निछावर कर देना, सब कुछ देश के लिए दे देना, जिस मिट्टी से पैदा हुए उसी मिट्टी में मिल जाना, ये जज्बा है। इस जज्बे को हम सब मिल के सलाम करें और फिर से उन वीरों को सलाम करें, याद करें और एक वादा भी साथ में करते जाएं कि हम भी देश के लिए मर मिटेंगे, देश का नाम ऊंचा रखेंगे। जसप्रीत जी, थैंक यू सो मच। इस तो बाद साडे बुजुर्ग लाला लाजपत राय, ਅਸੀਂ ਛੋਟੇ ਹੁੰਦਿਆਂ ਵੀ ਪੜ੍ਹਦੇ ਹੁੰਦੇ ਸੀਗੇ ਕਿ ਸ਼ਾਇਦ ਭਗਤ ਸਿੰਘ ਦੀ ਕੁਰਬਾਨੀ ਦੇ ਪਿੱਛੇ ਇਹਨਾਂ ਦੀ ਜਿਹੜੀ ਸ਼ਹੀਦੀ ਹੈ ਉਹ ਲਾ ਮਿਸਾਲ ਜਿਹੜੀ ਹੈਗੀ ਹੈ ਉਹ ਉਦਾਹਰਨ ਦੇ ਰਹੀ ਹੈ। ਲਾਲਾ ਲਾਜਪਤ ਰਾਏ ਸਾਡੇ ਆਪਣਾ ਸੁਨਾਮ ਦੇ ਪਿੰਡ ਦੇ ਵਿੱਚ ਆਪਣਾ ਢੁੱਡੀਕੇ ਪਿੰਡ ਦੇ ਵਿੱਚ ਪੈਦਾ ਹੋਏ ਸੀਗੇ। 28/1/1865 ਦੇ ਵਿੱਚ ਉਹਨਾਂ ਦਾ ਜਨਮ ਹੋਇਆ ਅਤੇ ਜਦੋਂ ਉਹਨਾਂ ਨੂੰ ਲਾਠੀ ਚਾਰਜ ਦੇ ਵਿੱਚ ਜ਼ਖਮੀ ਹੋ ਗਏ ਤਾਂ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਘੋਸ਼ਣਾ ਕਰਦਾ ਹਾਂ ਕਿ ਅੱਜ ਮੇਰੇ ਤੇ ਕੀਤਾ ਹਮਲਾ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਤਾਬੂਤ ਵਿੱਚ ਅਖੀਰਲਾ ਕਿਲ ਸਾਬਿਤ ਹੋਏਗਾ। ਅਤੇ ਬੇਟੇ ਜੋ ਉਹਨਾਂ ਨੇ ਕਿਹਾ ਉਹ ਆਖਿਰਕਾਰ ਸੱਚ ਵੀ ਹੋਇਆ। ਜ਼ਿਲ੍ਹਾ ਮੋਗਾ ਦੇ ਪਿੰਡ ਢੁੱਡੀਕੇ ਦੇ ਵਿੱਚ 28 ਜਨਵਰੀ 1865 ਨੂੰ ਲਾਲਾ ਲਾਜਪਤ ਰਾਏ ਦਾ ਜਨਮ ਹੋਇਆ। ਆਪ ਨੂੰ ਪੰਜਾਬ ਦਾ ਸ਼ੇਰ ਵੀ ਕਿਹਾ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਆਪਾਂ ਇਹ ਵੀ ਸੁਣਦੇ ਹਾਂ ਕਿ ਲਾਲ ਬਾਲ ਪਾਲ ਦੀ ਤਿੱਕੜੀ ਵਜੋਂ ਵੀ ਆਪ ਜਾਣੇ ਜਾਂਦੇ ਸਨ। ਇਹ ਤਿੰਨੇ ਹੀ ਦੇਸ਼ ਭਗਤ ਸਨ। ਕਾਨੂੰਨ ਦੀ ਪੜ੍ਹਾਈ ਕਰਨ ਲਈ ਲਾਹੌਰ ਸਰਕਾਰੀ ਕਾਲਜ ਵਿੱਚ ਦਾਖਲਾ ਲਿਆ। ਇੱਥੇ ਹੀ ਆਪ ਲਾਲਾ ਹੰਸਰਾਜ, ਪੰਡਤ ਗੁਰੂ ਦੱਤ, ਸੁਤੰਤਰਤਾ ਸੈਨਾਨੀਆਂ ਨੂੰ ਮਿਲੇ। 1928 ਦੇ ਵਿੱਚ
ਇੰਗਲੈਂਡ ਸਰਕਾਰ ਨੇ ਇੱਕ ਭਾਰਤ ਦੀ ਰਾਜਨੀਤਿਕ ਸਥਿਤੀ ਨੂੰ ਦੇਖਣ ਲਈ ਇੱਕ ਕਮੇਟੀ ਬਣਾਈ, ਇੱਕ ਕਮਿਸ਼ਨ ਬਣਾਇਆ, ਜਿਸ ਦੀ ਅਗਵਾਈ ਕਰ ਰਹੇ ਸੀਗੇ ਸਰ ਜੌਨ ਸਾਈਮਨ। ਅਤੇ ਸਭ ਤੋਂ ਵੱਡੀ ਤਰਾਸਦੀ ਵਾਲੀ ਗੱਲ ਇਹ ਸੀ ਸਾਡੇ ਭਾਰਤੀਆਂ ਵਾਸਤੇ ਕਿ ਹਿੰਦੁਸਤਾਨ ਦੀ ਰਾਜਨੀਤਿਕ ਸਥਿਤੀ ਬਾਰੇ ਰਿਪੋਰਟ ਤਿਆਰ ਕਰਨੀ ਹੈ, ਪਰ ਉਸ ਦੇ ਵਿੱਚ ਕੋਈ ਵੀ ਹਿੰਦੁਸਤਾਨੀ ਸ਼ਾਮਿਲ ਨਹੀਂ ਕੀਤਾ ਗਿਆ। ਇਸ ਕਰਕੇ ਸਾਰੇ ਦੇਸ਼ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ ਵੀ ਸਾਡੇ ਦੇਸ਼ ਦੀ ਜੇ ਰਾਜਨੀਤਿਕ ਸਥਿਤੀ ਜਾਣਨੀ ਚਾਹੁੰਦੇ ਹੋ ਤਾਂ ਕਮ ਸੇ ਕਮ ਇੱਕ ਭਾਰਤੀ ਨੂੰ ਵਿੱਚ ਲੈਣਾ ਚਾਹੀਦਾ ਸੀ। ਤਾਂ ਇਸ ਕਰਕੇ ਇਸ ਜੋ ਕਮਿਸ਼ਨ ਸੀ, ਸਾਈਮਨ ਕਮਿਸ਼ਨ ਜੋ ਸੀ, ਇਸ ਦਾ ਸਾਰੇ ਭਾਰਤ ਦੇ ਵਿੱਚ ਰੋਸ ਕੀਤੇ ਗਏ, ਮੁਜ਼ਾਹਰੇ ਕੀਤੇ ਗਏ, ਲੋਕਾਂ ਨੇ ਧਰਨੇ ਲਾਏ ਗਏ। ਅਤੇ ਜਦੋਂ ਇਹ ਕਮਿਸ਼ਨ 30 ਅਕਤੂਬਰ 1928 ਨੂੰ ਲਾਹੌਰ ਵਿਖੇ ਪਹੁੰਚਿਆ ਤਾਂ ਲਾਹੌਰ ਦੇ ਵਿੱਚ ਲਾਲਾ ਲਾਜਪਤ ਰਾਏ ਦੀ ਅਗਵਾਈ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਮਾਰਚ ਕੱਢਿਆ ਗਿਆ, ਜਿਹਦਾ ਮੁੱਖ ਨਾਰਾ ਸੀ ਸਾਈਮਨ ਕਮਿਸ਼ਨ ਗੋ ਬੈਕ। ਭਾਵ ਸਾਈਮਨ ਕਮਿਸ਼ਨ ਤੁਸੀਂ ਬੈਕ ਚਲੇ ਜਾਓ, ਵਾਪਸ ਇੰਗਲੈਂਡ ਚਲੇ ਜਾਓ, ਜਿੰਨੀ ਦੇਰ ਤੱਕ ਸਾਡਾ ਕੋਈ ਭਾਰਤੀ ਇਸ ਵਿੱਚ ਸ਼ਾਮਿਲ ਨਹੀਂ ਹੋਏਗਾ ਅਸੀਂ ਤੁਹਾਡਾ ਸਾਥ ਨਹੀਂ ਦੇਵਾਂਗੇ। ਇਸ ਨਾਰੇ ਨਾਲ ਸਾਰਾ ਜਿਹੜਾ ਲਾਹੌਰ ਸੀਗਾ ਉਹ ਗੂੰਜ ਉੱਠਿਆ। ਪੁਲਿਸ ਨੂੰ ਸਖਤੀ ਕਰਨੀ ਪਈ, ਲਾਠੀ ਚਾਰਜ ਕਰਨਾ ਪਿਆ, ਜਿਸ ਨਾਲ ਲਾਲਾ ਲਾਜਪਤ ਰਾਏ, ਕਿਉਂਕਿ ਥੋੜੇ ਬਜ਼ੁਰਗ ਵੀ ਸਨ, ਉਹਨਾਂ ਨੂੰ ਜ਼ਿਆਦਾ ਸੋਟੀਆਂ ਪਈਆਂ, ਮਾਰ ਪਈ ਕਹਿ ਲਓ, ਅਤੇ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਅਤੇ ਐਂਡ ਤੇ 17 ਨਵੰਬਰ 1928 ਨੂੰ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਆਪ ਸ਼ਹੀਦ ਹੋ ਗਏ। ਆਪ ਨੇ ਆਪਣੀ ਜਿਹੜੀ ਸ਼ਹੀਦੀ ਸੀਗੀ ਉਹ ਦੇਸ਼ ਦੇ ਲੇਖੇ ਲਾ ਦਿੱਤੀ। ਹੁਣ ਤੁਹਾਡੇ ਸਾਹਮਣੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਜਿਸ ਨੂੰ ਹਰ ਨੌਜਵਾਨ ਹਿਰਦਾ ਸਲਾਮ ਕਰਦਾ ਹੈ, ਸਲੂਟ ਕਰਦਾ ਹੈ ਅਤੇ ਉਸ ਵਰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ। ਅੱਜ ਹਰ ਪੰਜਾਬੀ ਨੌਜਵਾਨ ਦੀਆਂ ਰਗਾਂ ਦੇ ਵਿੱਚ ਭਗਤ ਸਿੰਘ ਦਾ ਖੂਨ ਦੌੜ ਰਿਹਾ ਹੈ। ਸ਼ਾਇਦ ਕਿਤੇ ਨਾ ਕਿਤੇ ਸਾਡੇ ਦਿਲ ਦੇ ਵਿੱਚ ਇਸ ਲੜਕੇ ਲਈ, ਇਸ ਨੌਜਵਾਨ ਲਈ ਆਪਣੇ ਆਪ ਜਿਹੜਾ ਸਿਰ ਹੈ ਉਹ ਝੁਕ ਜਾਂਦਾ ਹੈ। ਅੱਜ ਵੀ ਨੌਜਵਾਨ ਇਸ ਨੂੰ ਆਪਣਾ ਆਦਰਸ਼ ਮੰਨਦੇ ਹਨ ਕਿ ਇਸ ਨੇ ਆਪਣੀ ਨੌਜਵਾਨੀ 23 ਸਾਲ ਦੀ ਉਮਰ ਦੇ ਵਿੱਚ ਆਪਣੀ ਜਿਹੜੀ ਦੇਸ਼ ਵਾਸਤੇ ਆਪਣੀ ਜਾਨ ਵਾਰ ਦਿੱਤੀ। 28 ਸਤੰਬਰ 1907 ਨੂੰ ਅਣਵੰਡੇ ਪੰਜਾਬ ਦੀ ਧਰਤੀ ਤੇ ਇਸ ਨੌਜਵਾਨ ਦਾ ਜਨਮ ਹੋਇਆ। ਪਰਿਵਾਰ ਇਨਕਲਾਬੀ ਗਤੀਵਿਧੀਆਂ ਵਿੱਚ ਸ਼ਾਮਿਲ ਸੀ। ਚਾਚਾ ਅਜੀਤ ਸਿੰਘ ਪਿਤਾ ਵੀ ਸੀ ਅਤੇ ਮੇਰਾ ਰੰਗ ਦੇ ਬਸੰਤੀ ਝੋਲਾ, ਜਿਹੜਾ ਕਿ ਇੱਕ ਮਕਬੂਲ ਗੀਤ ਹੋਇਆ ਹੈ, ਉਸ ਦੇ ਨਾਲ ਇਹ ਜਿਹੜੀ ਕ੍ਰਾਂਤੀਕਾਰੀ ਲਹਿਰ ਸੀ, ਇਸ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੀ ਆਜ਼ਾਦੀ ਨੇ ਬਲਦੀ ਵਿੱਚ ਤੇਲ ਦਾ ਕੰਮ ਕੀਤਾ। ਜਲਿਆਂਵਾਲਾ ਬਾਗ ਦੀ ਘਟਨਾ ਹੋਵੇ, ਲਾਲਾ ਲਾਜਪਤ ਰਾਏ ਦੀ ਮੌਤ ਹੋਵੇ ਅਤੇ ਅੰਗਰੇਜ਼ਾਂ ਦੇ ਹੋਰ ਅਤਿਆਚਾਰ ਹੋਣ, ਭਗਤ ਸਿੰਘ ਦਾ ਜਿਹੜਾ ਮਨ ਸੀਗਾ ਉਹ ਝੰਜੋੜਿਆ ਜਾਂਦਾ ਸੀ ਕਿ ਮੇਰੇ ਦੇਸ਼ ਨਾਲ ਇੰਨਾ ਧੱਕਾ ਕਿਉਂ ਹੋ ਰਿਹਾ ਹੈ। ਲਾਲਾ ਜੀ ਦੀ ਮੌਤ ਦਾ ਬਦਲਾ ਲੈਣ ਲਈ ਇਹਨਾਂ ਨੇ ਜੇਮਸ ਏ ਸਕਾਟ ਨੂੰ ਮਾਰਨ ਦੀ ਜਗ੍ਹਾ ਤੇ JP ਸਾਂਡਰਸ ਨੂੰ ਮਾਰ ਦਿੱਤਾ ਅਤੇ ਉਸ ਤੋਂ ਬਾਅਦ ਦਮਨਕਾਰੀ ਰੋਲਟ ਐਕਟ ਪਾਸ ਕੀਤਾ ਗਿਆ, ਲੇਕਿਨ ਇਸ ਦਾ ਵਿਰੋਧ ਕੀਤਾ ਗਿਆ। ਪਬਲਿਕ ਸੇਫਟੀ ਬਿੱਲ ਦਾ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਗਈ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ, ਬੁਕਟੇਸ਼ਵਰ ਦੱਤ ਨੇ ਅਸੈਂਬਲੀ ਦੇ ਵਿੱਚ, ਦਿੱਲੀ ਅਸੈਂਬਲੀ ਦੇ ਵਿੱਚ ਇੱਕ ਬੰਬ ਸੁੱਟਿਆ। ਉਸ ਬੰਬ ਸੁੱਟਣ ਦਾ ਮਕਸਦ ਇਹ ਨਹੀਂ ਸੀ ਕਿ ਲੋਕਾਂ ਨੂੰ ਮਾਰਨਾ ਜਾਂ ਲੋਕਾਂ ਦੇ ਵਿੱਚ ਕੋਈ ਇਹੋ ਜਿਹੀ ਭਾਵਨਾ ਪੈਦਾ ਕਰਨੀ, ਠੀਕ, ਡਰ ਪੈਦਾ ਕਰਨਾ। ਉਹਨਾਂ ਨੇ ਸਗੋਂ ਇਸ ਬੰਬ ਨੂੰ ਇਸ ਕਰਕੇ ਸੁੱਟਿਆ ਸੀ ਤਾਂ ਜੋ ਇਹ ਬੋਲੀ ਜੋ ਹਕੂਮਤ ਹੈ, ਜਿਹੜੀ ਅੰਗਰੇਜ਼ੀ ਹਕੂਮਤ ਹੈ, ਜਿਸ ਨੂੰ ਸਾਡੀਆਂ ਗੱਲਾਂ ਸਮਝ ਨਹੀਂ ਆ ਰਹੀਆਂ, ਸੁਣ ਨਹੀਂ ਰਹੀਆਂ, ਉਹਨਾਂ ਨੂੰ ਕਮ ਸੇ ਕਮ ਪਤਾ ਲੱਗੇ ਕਿ ਅਸੀਂ ਤੁਹਾਡੇ ਰਾਜ ਤੋਂ ਦੁਖੀ ਹਾਂ। ਸੋ ਭਗਤ ਸਿੰਘ, ਜਿਸ ਨੂੰ ਅਸੀਂ ਇਹ ਵੀ ਦੇਖਦੇ ਹਾਂ ਕਿ ਉਸਨੇ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਅਤੇ ਜਿਸ ਦਿਨ ਫਾਂਸੀ ਦਾ ਦਿਨ ਸੀ ਉਸ ਤੋਂ ਇੱਕ ਦਿਨ ਪਹਿਲਾਂ ਵੀ ਉਹ ਲੈਨਿਨ ਦੀ ਕਿਤਾਬ ਪੜ੍ਹ ਰਹੇ ਸਨ। ਉਹ ਸਮਾਜ ਦੇ ਵਿੱਚ ਇੱਕ ਸਮਾਜਿਕ ਸਿਸਟਮ ਨੂੰ ਵੀ ਸਹੀ ਕਰਨਾ ਚਾਹੁੰਦੇ ਸਨ। 23 ਮਾਰਚ 1931 ਨੂੰ ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤੀ ਗਈ। ਭਾਵੇਂ ਕਿ ਉਹ 23 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਹੋ ਗਿਆ, ਸਾਡਾ ਭਗਤ ਸਿੰਘ ਸ਼ਹੀਦ ਹੋ ਗਿਆ, ਪਰ ਅੱਜ ਵੀ ਉਸ ਦੀ ਯਾਦ, ਉਸ ਦੀ ਸ਼ਹੀਦੀ ਸਾਡੇ ਦਿਲਾਂ ਦੇ ਵਿੱਚ ਅੱਜ ਵੀ ਉਸੇ ਤਰੀਕੇ ਨਾਲ ਕਾਇਮ ਹੈ। ਇਹ ਤੁਹਾਡੇ ਸਾਹਮਣੇ ਉਸ ਦੀ ਲਾਸਟ ਫੋਟੋ ਹੈ, ਜਿਹੜੀ ਕਿ ਬਹੁਤ ਹੀ ਜ਼ਿਆਦਾ ਵਾਇਰਲ ਹੁੰਦੀ ਹੈ ਜਦੋਂ ਵੀ 15 ਅਗਸਤ ਤੇ 26 ਜਨਵਰੀ ਦਿਨ ਹੁੰਦਾ ਹੈ। ਲਾਹੌਰ ਸੈਂਟਰਲ ਜੇਲ੍ਹ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਦੇ ਆਖਰੀ ਦਿਨਾਂ ਦੀ ਇੱਕ ਯਾਦਗਾਰੀ ਤਸਵੀਰ ਹੈ ਕਿ ਇੱਕ ਇੰਨਾ ਵੱਡਾ ਦੇਸ਼ ਭਗਤ ਕਿੰਨਾ ਸਿੰਪਲ ਜਿਹਾ ਹੱਥ ਕੜੀਆਂ ਲਾਈਆਂ ਹੋਈਆਂ। ਇਸ ਨੂੰ ਦੇਖ ਕੇ ਸਾਡਾ ਸਿਰ ਆਪਣੇ ਆਪ ਇਹਨਾਂ ਦੇਸ਼ ਭਗਤਾਂ ਦੇ ਅੱਗੇ ਝੁਕਦਾ ਹੈ। प्यारे बच्चों, वो जिंदगी ही क्या है जिसमें देशभक्ति ना हो, और वो मौत ही क्या है जो तिरंगे में न लिपटी हो। ये कर दिखाया शहीद आज़म श्री भगत सिंह जी ने।
वो जज्बा था, वो नौजवान में क्या कुछ नहीं कर गए। इतनी छोटी सी जिंदगी में न कि केवल पंजाब, न कि केवल भारत देश, बल्कि विश्व में अपना नाम ऊंचा रख गए हैं। उनकी जो शिक्षा थी, उनका जो जज्बा था, उनका जो देश के प्रति प्रेम था, उससे ज़रूरत है कि हम भी बच्चे कुछ सीख लें, उनके जैसा अपने देश के लिए मर मिटें, अपने देश का नाम ऊंचा करें, सही रास्ते पर चलें। और भगत सिंह जी को ये सच्ची श्रद्धांजलि हम सब मिलके दे पाएंगे। ਇਸ ਤੋਂ ਬਾਅਦ ਲਾਲਾ ਹਰਦਿਆਲ ਜੀ 14 ਅਕਤੂਬਰ 1884 ਨੂੰ ਇਹਨਾਂ ਦਾ ਜਨਮ ਦਿੱਲੀ ਦੇ ਇੱਕ ਪੰਜਾਬੀ ਪਰਿਵਾਰ ਦੇ ਵਿੱਚ ਹੋਇਆ। ਵੱਖ-ਵੱਖ ਅੰਦੋਲਨਾਂ ਵਿੱਚ ਹਿੱਸਾ ਲਿਆ। ਸ਼ੁਰੂ ਤੋਂ ਹੀ ਇਹਨਾਂ ਨੂੰ ਆਪਣੇ ਦੇਸ਼ ਨਾਲ ਇੰਨਾ ਜ਼ਿਆਦਾ ਪਿਆਰ ਸੀ ਅਤੇ ਇੱਕ ਬਹੁਤ ਬਹੁਪੱਖੀ ਸ਼ਖਸੀਅਤ ਦੇ ਮਾਲਿਕ ਸਨ। ਇਹਨਾਂ ਵਾਸਤੇ ਇੱਕ ਲਫ਼ਜ਼ ਯੂਜ਼ ਕੀਤਾ ਜਾਂਦਾ ਹੈ ਕਿ ਹੀ ਵਾਜ਼ ਅ ਪੋਲੀਮੈਥ ਪਰਸਨੈਲਿਟੀ। ਪੋਲੀਮੈਥ ਦਾ ਬੇਟੇ ਮਤਲਬ ਇਹ ਹੁੰਦਾ ਹੈ ਉਹ ਇਨਸਾਨ ਜਿਹੜਾ ਇੱਕੋ ਟਾਈਮ ਤੇ ਬਹੁਤ ਸਾਰੇ ਕੰਮਾਂ ਨੂੰ ਕਰ ਸਕਦਾ ਹੋਵੇ। हम इसको ये भी कहते हैं कि वर्सेटाइल पर्सनालिटी, yes, मतलब yes. ऐसी शख्सियत के मालिक जो बहुत कुछ एक साथ काम करते हैं। और बच्चे भी हमारे बहुत से इस ਇੰਟੈਲੀਜੈਂਟ ਹੈ personality ਹਮਾਰੇ को ਬੱਚੇ। रखते ਹਾਂਜੀ हैं। ਹਾਂਜੀ जी। ਬੇਟੇ ਜਿਵੇਂ ਅੱਜ ਕੱਲ IAS ਦਾ ਪੇਪਰ ਹੁੰਦਾ ਹੈ, IPS ਦਾ ਪੇਪਰ ਹੁੰਦਾ ਹੈ, ਤਾਂ ਉਸ ਜ਼ਮਾਨੇ ਵਿੱਚ ICS ਦਾ ਪੇਪਰ ਹੁੰਦਾ ਸੀਗਾ, ਇੰਡੀਅਨ ਸਿਵਲ ਸਰਵਿਸਿਜ਼। ਅਤੇ ਲਾਲਾ ਹਰਦਿਆਲ ਉਹ ਪੇਪਰ ਬੜਾ ਈਜ਼ੀਲੀ ਕਲੀਅਰ ਕਰ ਸਕਦੇ ਸਨ, ਪਰ ਉਹਨਾਂ ਨੇ ਇਸ ਪੇਪਰ ਤੋਂ ਵੱਧ ਕੇ ਆਪਣੇ ਦੇਸ਼ ਵਾਸਤੇ ਆਪਣੀ ਜਿਹੜੀ ਜਾਨ ਸੀਗੀ ਉਸ ਨੂੰ ਪ੍ਰੈਫਰ ਕੀਤਾ ਕਿ ਨਹੀਂ ਮੈਂ ਆਪਣੇ ਦੇਸ਼ ਵਾਸਤੇ ਕੰਮ ਕਰਾਂਗਾ। 1913 ਦੇ ਵਿੱਚ ਅਮਰੀਕਾ ਵਿੱਚ ਹਥਿਆਰਬੰਦ ਗਦਰ ਪਾਰਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ। ਗਦਰ ਪਾਰਟੀ ਨੇ ਵਿਦੇਸ਼ੀ ਭਾਰਤੀਆਂ ਨੂੰ ਇਕੱਠਾ ਕੀਤਾ ਅਤੇ ਉਹਨਾਂ ਨੂੰ ਬਰਤਾਨਵੀ ਹਕੂਮਤ ਦੇ ਅਤਿਆਚਾਰਾਂ ਵਿਰੁੱਧ ਲਾਮਬੱਧ ਕੀਤਾ। ਲਾਲਾ ਹਰਦਿਆਲ ਕਿਉਂਕਿ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਸਨ, ਉਹਨਾਂ ਨੇ ਇੰਗਲਿਸ਼ ਦੇ ਜਿਹੜੇ ਬਹੁਤ ਜ਼ਿਆਦਾ ਰੈਵੋਲੂਸ਼ਨਰੀ ਕ੍ਰਾਂਤੀਕਾਰੀ ਸੀ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ। ਉਹਨਾਂ ਦੀਆਂ ਲਿਖਤਾਂ, ਉਹਨਾਂ ਦੇ ਜੋਸ਼ੀਲੇ ਭਾਸ਼ਣਾਂ ਤੋਂ ਹੀ ਕਰਤਾਰ ਸਿੰਘ ਸਰਾਭਾ, ਕਾਂਸ਼ੀ ਰਾਮ, ਪੰਡਿਤ ਕਾਂਸ਼ੀ ਰਾਮ ਜਿਹਨਾਂ ਦੀ ਆਪਾਂ ਗੱਲ ਕੀਤੀ ਹੈ, ਈਵਨ ਭਗਤ ਸਿੰਘ, ਲਾਲਾ ਲਾਜਪਤ ਰਾਏ, ਸੋਹਣ ਸਿੰਘ ਭਕਨਾ ਅਤੇ ਬਹੁਤ ਸਾਰੇ ਹੋਰ ਜਿਹੜੇ ਆਪਣੇ ਦੇਸ਼ ਭਗਤ ਸੀਗੇ, ਉਹਨਾਂ ਦੇ ਭਾਸ਼ਣਾਂ ਨੂੰ ਸੁਣਨ ਵਾਸਤੇ ਦੂਰੋਂ ਚੱਲ ਕੇ ਉਹਨਾਂ ਦੇ ਸੰਮੇਲਨਾਂ ਦੇ ਵਿੱਚ ਸ਼ਾਮਿਲ ਹੁੰਦੇ ਸਨ। ਲਾਲਾ ਹਰਦਿਆਲ ਨੇ ਲਾਹੌਰ ਕਾਲਜ ਦੇ ਵਿੱਚ ਯੰਗ ਮੈਨ ਇੰਡੀਅਨ ਐਸੋਸੀਏਸ਼ਨ ਬਣਾਈ ਅਤੇ ਮੁਹੰਮਦ ਇਲਾਮਾ ਇਕਬਾਲ ਜਿਹੜੇ ਕਿ ਸਾਡੇ ਬਹੁਤ ਹੀ ਮਸ਼ਹੂਰ ਪੋਇਟ ਹੋਏ ਨੇ, ਕਵੀ ਹੋਏ ਨੇ, ਸ਼ਾਇਰ ਹੋਏ ਨੇ, ਉਹਨਾਂ ਨਾਲ ਕਾਲਜ ਦੇ ਪ੍ਰੋਫੈਸਰ ਸਨ। ਅਤੇ ਇਸ ਸੰਸਥਾ ਦਾ ਉਦਘਾਟਨ ਕਰਨ ਲੱਗਿਆਂ ਲਾਲਾ ਹਰਦਿਆਲ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਜਿਹੜੇ ਇਕਬਾਲ ਨੇ ਉਹ ਸਾਡਾ ਇੱਥੇ ਆ ਕੇ ਉਦਘਾਟਨ ਕਰਨ। ਤਾਂ ਉੱਥੇ ਇਲਾਮਾ ਇਕਬਾਲ ਨੇ ਆਪਣੀ ਜਿਹੜੀ ਪੋਇਮ ਹੈ, ਜਿਹੜੀ ਕਿ ਸਾਰੇ ਵਰਲਡ ਦੇ ਵਿੱਚ ਛਾਈ ਹੋਈ ਹੈ, ਜਿੱਥੇ ਵੀ ਹਰ ਭਾਰਤੀ ਰਹਿੰਦਾ ਹੈ ਉਸ ਦੇ ਦਿਲ ਦੇ ਵਿੱਚ ਇਹ ਜਿਹੜੀ ਪੋਇਮ ਹੈ, ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ, ਇਹ ਉੱਥੇ ਪੜ੍ਹੀ ਗਈ ਕਿਉਂਕਿ ਇਹ ਉਹਨਾਂ ਨੇ ਹੀ ਲਿਖੀ ਹੋਈ ਸੀ। ਅਤੇ ਉਸ ਤੋਂ ਬਾਅਦ ਉਹ ਹਰ ਆਪਣੇ ਸੰਮੇਲਨ ਦੇ ਵਿੱਚ ਇਹ ਪੋਇਮ ਜਿਹੜੀ ਸੀ ਉਹ ਜ਼ਰੂਰ ਪੜ੍ਹਦੇ ਸਨ। ਨਿੱਜੀ ਔਕੜਾਂ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਲਾਲਾ ਹਰਦਿਆਲ ਇੱਕ ਆਜ਼ਾਦ ਭਾਰਤ ਦੇ ਸੁਪਨੇ ਨੂੰ ਲੈ ਕੇ ਆਪਣੇ ਆਪ ਨੂੰ ਸਮਰਪਿਤ ਰਹੇ। ਇੰਨਾ ਇੰਟੈਲੀਜੈਂਟ ਇਨਸਾਨ, ਅਤੇ ਐਂਡ ਦੇ ਵਿੱਚ ਕਿਹਾ ਜਾਂਦਾ ਹੈ ਕਿ ਉਹਨਾਂ ਦੀ ਇੰਟੈਲੀਜੈਂਸੀ ਨੂੰ ਦੇਖ ਕੇ, ਉਹਨਾਂ ਦੀ ਬੁੱਧੀਮੱਤਾ ਨੂੰ ਦੇਖ ਕੇ ਜਿਹੜੇ ਅੰਗਰੇਜ਼ ਸੀਗੇ ਉਹ ਡਰਨ ਲੱਗ ਪਏ ਅਤੇ ਸ਼ਾਇਦ ਉਹਨਾਂ ਨੂੰ ਕੋਈ ਸਲੋ ਪੋਇਜ਼ਨ ਵਗੈਰਾ ਦੇ ਦਿੱਤੀ ਗਈ ਸੀ, ਜਿਸ ਕਰਕੇ 54 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਦੇ ਵਿੱਚ ਉਹਨਾਂ ਨੇ ਆਪਣੇ ਅੰਤਿਮ ਸਵਾਸ ਲਏ। तो दोस्तों, प्यारे बच्चों, अध्यापक साहिबान, कहा जाता है, हमने बहुत सुना है, जिसका ताज हिमालय है, जहाँ बहती है गंगा, जहाँ अनेकता में एकता है, सत्यमेव जयते जहाँ नारा है, वो भारत देश हमारा है। ये लाला हरदयाल जी ने कर दिखाया। और तभी उन्होंने सारी जगह कहते हैं कि सारे जहाँ से अच्छा हिंदुस्तान हमारा। ये जज्बा, ये भावना, ये फीलिंग हमें लेके रखना है, हर दिन भारत के लिए मर मिटना है। आगे बढ़ते हैं। ਸ਼ਹੀਦ ਊਧਮ ਸਿੰਘ, ਹੁਣੇ ਅਸੀਂ ਪਿੱਛੇ ਜੀ ਇਹਨਾਂ ਦੀ ਬਰਸੀ ਮਨਾਈ ਹੈ 31 ਜੁਲਾਈ 1940 ਨੂੰ। ਇੱਕ ਅਜਿਹਾ ਬੱਬਰ ਸ਼ੇਰ ਮੈਂ ਹੀ ਕਹਾਂਗੀ ਜਿਸ ਨੇ ਆਪਣੇ ਸੀਨੇ ਦੇ ਵਿੱਚ 21 ਸਾਲ ਇੱਕ ਬਦਲੇ ਦੀ ਭਾਵਨਾ ਦਬਾ ਕੇ ਰੱਖੀ। 21 ਸਾਲ ਬੇਟੇ ਬਹੁਤ ਵੱਡੀ ਇੱਕ ਉਮਰ ਹੁੰਦੀ ਹੈ ਕਿ ਤੁਹਾਡੀ ਜ਼ਿੰਦਗੀ ਦੇ 21 ਸਾਲ
ਤੁਸੀਂ ਸਿਰਫ ਜਲਿਆਂਵਾਲੇ ਬਾਗ ਦੀ ਘਟਨਾ ਦਾ ਬਦਲਾ ਲੈਣ ਵਾਸਤੇ ਦਰ-ਬਦਰ ਫਿਰਦੇ ਹੋ, ਘੁੰਮਦੇ ਹੋ, ਤੁਹਾਡੇ ਜ਼ਿਹਨ ਦੇ ਵਿੱਚ ਸਿਰਫ ਉਹੀ ਚੱਲੀ ਜਾਂਦਾ ਹੈ। ये देश के प्रति भावना है, Yes. इतनी स्ट्रॉन्ग फीलिंग है हाँ जी। कि ये जलियांवाला बाग हिला गया था, पर कुछ लोग भूल गए होंगे। पर जैसे कि आप जिक्र कर रही हैं, हाँ ये जी। अपने सीने में उन्होंने रखा हाँ, इस भावना हाँ, को हाँ, कि बदला लेना है इसका। ਬਿਲਕੁਲ ਬਿਲਕੁਲ। ਸਰਦਾਰ ਉਦਮ ਸਿੰਘ ਜਿਹੜੇ ਕਿ ਆਪਾਂ ਬੇਟੇ ਸਾਡੇ ਦੇਸ਼ ਦੇ ਵਿੱਚ ਬਹੁਤ ਸਾਰੇ ਧਰਮਾਂ ਦੇ ਲੋਕ ਰਹਿੰਦੇ ਨੇ ਅਤੇ ਅਸੀਂ ਉਹਨਾਂ ਸਾਰਿਆਂ ਨੂੰ ਬਹੁਤ ਹੀ ਇੱਜ਼ਤ ਦਿੰਦੇ ਹਾਂ, ਕਿਉਂਕਿ ਸਿਰਫ ਇੱਕ ਮਜ਼ਹਬ ਨਾਲ ਸਾਡਾ ਦੇਸ਼ ਨਹੀਂ ਆਜ਼ਾਦ ਹੋਇਆ। ਉਹਨਾਂ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਤਾਂ ਜੋ ਮੈਂ ਸਾਰਿਆਂ ਦਾ ਸਾਂਝਾ ਹਾਂ। ਸੁਨਾਮ ਦਾ ਪਿੰਡ ਉੱਥੇ ਜਨਮ ਲਿਆ, ਪੰਜਾਬ ਦੀ ਧਰਤੀ ਦੇ ਉੱਪਰ। ਅੱਜ ਕੱਲ੍ਹ ਉਹ ਸੰਗਰੂਰ ਦੇ ਵਿੱਚ ਹੈ, ਠੀਕ ਹੈ। ਉਸ ਤੋਂ ਬਾਅਦ ਛੋਟੀ ਉਮਰ ਦੇ ਵਿੱਚ ਹੀ ਆਪ, ਕਿਉਂਕਿ ਮਾਤਾ ਪਿਤਾ ਦੀ ਮੌਤ ਹੋ ਗਈ ਅਤੇ ਉਹ ਅਨਾਥ ਹੋ ਗਏ। ਸਾਰਾ ਜਿਹੜਾ ਬਚਪਨ ਸੀਗਾ ਇੱਕ ਅਨਾਥ ਆਸ਼ਰਮ ਵਿੱਚ ਬਤੀਤ ਹੋਇਆ। ਵੱਡਾ ਭਰਾ ਸੀ, ਲੇਕਿਨ 1919 ਦੇ ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਜਦੋਂ ਹੋਈ ਹੈ, ਵੱਡੇ ਭਰਾ ਦੀ ਮੌਤ ਹੋ ਗਈ ਅਤੇ ਇਹ ਪੂਰੀ ਤਰ੍ਹਾਂ ਨਾਲ ਅਨਾਥ ਹੋ ਗਏ। ਜਲਿਆਂਵਾਲੇ ਬਾਗ ਦੀ ਘਟਨਾ ਨੇ ਆਪ ਦੇ ਦਿਮਾਗ ਤੇ ਇੰਨਾ ਕੁ ਅਸਰ ਪਾਇਆ ਕਿ ਉੱਥੇ ਜਾ ਕੇ ਉੱਥੋਂ ਦੀ ਮਿੱਟੀ ਆਪਣੇ ਹੱਥ ਵਿੱਚ ਲੈ ਕੇ ਇਹਨਾਂ ਨੇ ਕਸਮ ਖਾਧੀ ਕਿ ਮੈਂ ਇਸ ਧਰਤੀ ਤੇ ਜਿਹੜਾ ਅਨਿਆਏ ਹੋਇਆ ਸੀ, ਜਿਹੜੀ ਇਨਜਸਟਿਸ ਹੋਈ ਸੀ, ਉਸ ਦਾ ਮੈਂ ਬਦਲਾ ਜ਼ਰੂਰ ਲਵਾਂਗਾ। ਅਤੇ ਸਭ ਤੋਂ ਵੱਡੀ ਗੱਲ ਹੈ ਕਿ ਵੱਖ-ਵੱਖ ਦੇਸ਼ਾਂ ਤੋਂ ਹੁੰਦੇ ਹੋਏ 1934 ਦੇ ਵਿੱਚ ਆਪ ਇੰਗਲੈਂਡ ਦੀ ਧਰਤੀ ਤੇ ਪਹੁੰਚੇ, ਜਿੱਥੇ ਉਹਨਾਂ ਨੂੰ ਪਤਾ ਲੱਗਿਆ ਸੀ ਕਿ ਜਨਰਲ ਓਡਵਾਇਰ ਜਿਹੜਾ ਹੈ ਉਹ ਉੱਥੇ ਰਹਿ ਰਿਹਾ ਹੈ। ਕਿਸ ਤਰੀਕੇ ਨਾਲ ਉੱਥੇ ਮਿਹਨਤ ਕੀਤੀ, ਕ੍ਰਾਂਤੀਕਾਰੀ ਲੋਕਾਂ ਨੂੰ ਮਿਲੇ, ਆਪਣੇ ਵਿਚਾਰ ਸਾਂਝੇ ਕੀਤੇ, ਲੇਕਿਨ ਕਿਸੇ ਨੂੰ ਕੁਝ ਦੱਸਿਆ ਨਹੀਂ ਕਿ ਮੇਰੇ ਮਨ ਦੇ ਵਿੱਚ ਕੀ ਚੱਲ ਰਿਹਾ ਹੈ। ਇਹ ਇੱਕ ਸੱਚੀ ਦੇਸ਼ ਭਗਤੀ ਹੈ। ਅਤੇ ਕਈ ਵਾਰੀ ਕਹਿੰਦੇ ਨੇ ਕਿ ਜੋ ਦੇਸ਼ ਭਗਤ ਹੁੰਦੇ ਨੇ ਨਾ, ਉਹ ਜਨੂਨੀ ਹੁੰਦੇ ਨੇ। ਅਤੇ ਮੇਰੇ ਖਿਆਲ ਨਾਲ ਸ਼ਰੂਤੀ ਮੈਮ, ਜਨੂਨ ਤੋਂ ਬਿਨਾਂ ਤੁਸੀਂ ਆਪਣਾ ਜਿਹੜਾ ਟੀਚਾ ਹੈ ਉਹ ਪ੍ਰਾਪਤ नहीं कर कभी सकते। नहीं कर सकते। ये जुनून बहुत जरूरी है। हाँ, चाहे हाँ, हाँ। अध्यापक हो, चाहे बच्चे हों, चाहे देश का कोई भी देशवासी हो। ਹਾਂ ਹਾਂ ਠੀਕ ਹੈ। ਤਾਂ ਉਹਨਾਂ ਨੇ ਜਦੋਂ ਇੰਗਲੈਂਡ ਰਹੇ ਤਾਂ ਉਹਨਾਂ ਨੇ ਬਿਲਕੁਲ ਆਪਣੇ ਮਨ 'ਚ ਧਾਰਿਆ ਹੋਇਆ ਸੀਗਾ। ਉਹਨਾਂ ਨੇ ਇੱਕ ਕਾਰ ਲਈ, ਇੱਕ ਰਿਵਾਲਵਰ ਲਈ, ਅਤੇ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਕਿਤਾਬ ਦੇ ਵਿੱਚ ਰਿਵਾਲਵਰ ਦੀ ਸ਼ੇਪ ਦੇ ਪੇਜ ਕੱਟ ਕੇ ਉਹਨਾਂ ਨੇ ਉਹ ਜਿਹੜੀ ਰਿਵਾਲਵਰ ਸੀ ਉਹ ਆਪਣੀ ਕਿਤਾਬ ਦੇ ਵਿੱਚ ਛੁਪਾ ਲਈ। 13 ਮਾਰਚ 1940 ਵਿੱਚ ਜਲਿਆਂਵਾਲੇ ਬਾਗ ਦੀ ਘਟਨਾ ਦਾ ਮੁੱਖ ਦੋਸ਼ੀ ਮਾਈਕਲ ਓਡਵਾਇਰ ਈਸਟ ਇੰਡੀਆ ਐਸੋਸੀਏਸ਼ਨ ਅਤੇ ਸੈਂਟਰਲ ਏਸ਼ੀਅਨ ਸੁਸਾਇਟੀ ਦੇ ਮੈਂਬਰਾਂ ਨਾਲ ਕਾਸਟਨ ਹਾਲ ਇੰਗਲੈਂਡ ਵਿੱਚ ਉਹਨਾਂ ਦੀ ਮੀਟਿੰਗ ਸੀ ਅਤੇ ਮਾਈਕਲ ਓਡਵਾਇਰ ਨੇ ਉੱਥੇ ਅਰੈਸਟ ਕਰਨਾ ਸੀ ਸਾਰਿਆਂ ਨੂੰ। ਅਤੇ ਇਸੇ ਦੌਰਾਨ ਹੀ ਉਦਮ ਸਿੰਘ ਨੂੰ ਇਸ ਤੋਂ ਵਧੀਆ ਮੌਕਾ ਨਹੀਂ ਲੱਭਿਆ ਅਤੇ ਉਸ ਨੇ ਆਪਣੀਆਂ ਗੋਲੀਆਂ ਨਾਲ ਮਾਈਕਲ ਓਡਵਾਇਰ ਨੂੰ ਮਾਰ ਦਿੱਤਾ ਅਤੇ ਜੋ 21 ਸਾਲ ਦਾ ਬਦਲਾ ਆਪਣੇ ਦਿਲ ਦੇ ਵਿੱਚ ਦਬਾ ਕੇ ਰੱਖਿਆ ਹੋਇਆ ਸੀਗਾ ਉਹ ਉਸ ਨੇ ਆਪਣਾ ਪੂਰਾ ਕਰ ਲਿਆ। बहुत हिलाने जैसी घटना थी शहीद ऊधम सिंह जी के बारे में। दोबारा जानकर, बार बार सुनकर, किसी शायर ने बहुत अच्छा ही कहा है, 4 लाइनें शहीद ऊधम सिंह जी के नाम पर यहाँ समर्पित करना चाहूँगी। ये बात हवाओं को बताए रखना, ये बात हवाओं को बताए रखना, रोशनी होगी चिरागों को जलाए रखना। लहू देकर जिसकी हिफाजत हमने की, लहू देकर जिसकी हिफाजत हमने की, ऐसे तिरंगे को सदा दिल में बसाए रखना। 21 साल वो इस घटना को दिल में बसाए रखे तो इन शहीदों की शहादत को हम ताउम्र बच्चों अपने दिल में बसा रख सकते हैं, देश के लिए अपना पूरा समर्पण दे सकते हैं। ठीक है, थैंक यू। ਉਸ ਤੋਂ ਬਾਅਦ ਆਪਾਂ ਇਹ ਨਹੀਂ ਕਹਿ ਸਕਦੇ ਕਿ ਜੋ ਸਾਰੇ ਮਰਦ ਸੀ ਜਾਂ ਜੈਂਟ ਸੀਗੇ ਉਹਨਾਂ ਨੇ ਹੀ ਆਜ਼ਾਦੀ ਦੀ ਲੜਾਈ ਲੜੀ। ਇਹਨਾਂ ਦੇ ਵਿੱਚ ਬੀਬੀ ਗੁਲਾਬ ਕੌਰ ਦਾ ਨਾਮ ਵੀ ਬਹੁਤ ਸੁਨਹਿਰੇ ਅੱਖਰਾਂ ਵਿੱਚ ਲਿਖਿਆ ਹੋਇਆ ਹੈ। ਹਾਲਾਂਕਿ ਆਪ ਦੇ ਜਨਮ ਦੀ ਕੋਈ ਤਾਰੀਖ ਨਹੀਂ ਮਿਲਦੀ, ਲੇਕਿਨ ਫਿਰ ਵੀ 1890 ਦੇ ਵਿੱਚ ਆਪ ਦਾ ਜਨਮ ਹੋਇਆ ਬਖਸ਼ੀਵਾਲਾ ਪਿੰਡ ਸੰਗਰੂਰ ਦੇ ਵਿੱਚ। ਅਤੇ ਆਪਣੀ ਗਰੀਬੀ ਨੂੰ ਮਿਟਾਉਣ ਵਾਸਤੇ ਆਪਣੇ ਪਤੀ ਮਾਨ ਸਿੰਘ ਨਾਲ ਉਹਨਾਂ ਨੇ ਸੋਚਿਆ ਅਮਰੀਕਾ ਚਲੇ ਜਾਂਦੇ ਆ, ਲੇਕਿਨ ਰਸਤੇ ਦੇ ਵਿੱਚ ਉਹ ਮਨੀਲਾ ਰੁਕੇ। ਉੱਥੇ ਗਦਰ ਪਾਰਟੀ ਨਾਲ ਕੰਮ ਕਰ ਰਹੇ ਦੇਸ਼ ਭਗਤਾਂ ਦੇ ਸੰਪਰਕ ਵਿੱਚ ਦੋਨੇ ਜਾਣੇ ਆਏ, ਹਸਬੈਂਡ ਔਰ ਵਾਈਫ। ਗੁਲਾਬ ਕੌਰ ਦੇ ਉੱਪਰ ਇੰਨਾ ਜ਼ਿਆਦਾ ਅਸਰ ਹੋਇਆ ਦੇਸ਼ ਭਗਤਾਂ ਦੇ ਜੋਸ਼ੀਲੇ ਭਾਸ਼ਣਾਂ ਦਾ ਕਿ ਉਸਨੇ ਵਾਪਸ ਭਾਰਤ ਆਉਣ ਦਾ ਮਨ ਬਣਾ ਲਿਆ। ਪਰ ਉਹਨਾਂ ਦੇ ਜਿਹੜੇ ਪਤੀ ਸੀਗੇ ਉਹ ਨਹੀਂ ਮੰਨੇ, ਪਰ ਉਸਨੇ ਕਿਹਾ ਕਿ ਨਹੀਂ, ਮੈਂ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣਾ ਹੈ, ਤੇ ਉਹ ਵਾਪਸ ਭਾਰਤ ਆ ਗਏ। ਉਹਨਾਂ ਨੇ
ਇੱਥੇ ਬਤੌਰ ਪੱਤਰਕਾਰ ਪ੍ਰਿੰਟਿੰਗ ਪ੍ਰੈਸ ਦੀ ਨਿਗਰਾਨੀ ਕੀਤੀ। ਅਤੇ ਬੇਟੇ ਆਪਾਂ ਦੇਖੀਏ ਕਿ 1890 ਦੀ ਆਪਾਂ ਗੱਲ ਕਰ ਰਹੇ ਹਾਂ, ਆਪਾਂ 19ਵੀਂ ਸਦੀ ਦੀ ਗੱਲ ਕਰ ਰਹੇ ਹਾਂ, ਜਦੋਂ ਅਜੇ ਇਹ ਸ਼ੁਰੂਆਤ ਹੋਈ ਸੀ। ਲੇਕਿਨ ਉਸ ਲੇਡੀ ਨੇ ਲੁਕ ਛਿਪ ਕੇ ਆਪਣਾ ਲਿਟਰੇਚਰ ਲਿਖਣਾ, ਆਪਣਾ ਲਿਟਰੇਚਰ ਲੋਕਾਂ ਵਿੱਚ ਵੰਡਣਾ, ਅਤੇ ਹੌਲੀ ਹੌਲੀ ਕੀ ਹੋਇਆ ਕਿ ਅੰਗਰੇਜ਼ਾਂ ਨੂੰ ਉਸ ਦੇ ਕੰਮਾਂ ਬਾਰੇ ਪਤਾ ਲੱਗ ਗਿਆ ਅਤੇ ਉਹਨਾਂ ਦੇ ਉੱਪਰ, ਗੁਲਾਬ ਕੌਰ ਦੇ ਉੱਪਰ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਗਿਆ। 2 ਸਾਲ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਗਿਆ, ਜਿੱਥੇ ਅੰਗਰੇਜ਼ੀ ਹੁਕੂਮਤ ਉਹਨਾਂ 'ਤੇ ਅਤਿਆਚਾਰ ਕਰਦੀ ਸੀ, ਪਰ ਉਹ ਕਿਸੇ ਅਤਿਆਚਾਰ ਦੇ ਅੱਗੇ ਨਹੀਂ ਝੁਕੇ ਅਤੇ ਅਖੀਰ 1941 ਨੂੰ ਉਹਨਾਂ ਦੀ ਜੇਲ੍ਹ ਦੇ ਵਿੱਚ ਹੀ ਮੌਤ ਹੋ ਗਈ। ਅਤੇ ਪੰਜਾਬੀ ਲੇਖਕ ਸਰਦਾਰ ਕੇਸਰ ਸਿੰਘ ਦੁਆਰਾ 2014 ਦੇ ਵਿੱਚ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ ਗਈ, ਗਦਰ ਦੀ ਧੀ ਗੁਲਾਬ ਕੌਰ। ਅਸੀਂ ਇਹਨਾਂ ਨੂੰ ਯਾਦ ਰੱਖਾਂਗੇ। आगे बढ़ने के पहले मैं कहना चाहूँगी बीबी गुलाब कौर के लिए 2 लाइनें। मेरे जज्बातों से इस कदर वाकिफ़ है मेरी कलम, मेरे जज्बातों से इस कदर वाकिफ़ है मेरी कलम कि मैं इश्क लिखना चाहूँ तो भी इनकलाब लिख जाता है। बहुत ऐसी अच्छा। थी हमारी बीबी गुलाब कौर। ਬਹੁਤ ਅੱਛਾ ਮੈਮ, ਬਹੁਤ ਵਧੀਆ। ਇਸ ਤੋਂ ਬਾਅਦ ਸਾਡੇ ਕੋਲ ਆਉਂਦੇ ਨੇ ਅਬਦੁਲ ਹਾਮਿਦ, ਪਰਮਵੀਰ ਚੱਕਰ ਵਿਜੇਤਾ। ਬੇਟੇ ਜੋ 8ਵੀਂ ਕਲਾਸ 'ਚ ਪੜ੍ਹ ਰਹੇ ਨੇ ਜਾਂ ਜਿਹੜੇ 8ਵੀਂ ਕਲਾਸ ਪਾਸ ਕਰ ਗਏ ਹਨ, ਉਹਨਾਂ ਦੇ ਹਿੰਦੀ ਦੇ ਵਿੱਚ ਇਹ ਲੈਸਨ ਹੈ, ਕਿਉਂਕਿ ਜਦੋਂ ਮੈਂ ਵੀ ਪੜ੍ਹਦੀ ਸੀ 8ਵੀਂ ਕਲਾਸ ਦੇ ਵਿੱਚ ਤਾਂ ਮੇਰੇ ਕੋਲ ਵੀ ਇਹ ਲੈਸਨ ਮੈਂ ਪੜ੍ਹਿਆ ਸੀ। ਅਤੇ ਇਹਨਾਂ ਦੀ ਸ਼ਹੀਦੀ ਨੂੰ ਸਾਡੇ ਵੱਲੋਂ ਸਲੂਟ ਹੈ। ਭਾਰਤੀ ਫੌਜ ਦੇ ਵਿੱਚ ਇੱਕ ਲਾਸਾਨੀ ਸ਼ਹਾਦਤ ਦੇ ਬਦਲੇ ਸੈਨਾ ਦਾ ਸਰਵਉੱਚ ਮੈਡਲ ਪ੍ਰਾਪਤ ਕਰਨ ਵਾਲੇ ਪਰਮਵੀਰ ਚੱਕਰ ਅਬਦੁਲ ਹਾਮਿਦ ਨੂੰ ਸਾਡਾ ਦੇਸ਼ ਪੂਰੀ ਦਿਲੋਂ ਗਰਮਜੋਸ਼ੀ ਨਾਲ ਸਲੂਟ ਕਰਦਾ ਹੈ। 1965 ਦੀ ਲੜਾਈ ਦੇ ਵਿੱਚ ਜਿਸ ਸਿੰਪਲ ਜੀ ਜੀਪ ਦੇ ਨਾਲ ਅਤੇ ਸਿੰਪਲ ਜਿਹੇ ਹਥਿਆਰਾਂ ਨਾਲ, ਥੋੜੀ ਜੀ ਫੌਜ ਨਾਲ ਅਮਰੀਕਾ ਦੇ ਬਣੇ ਹੋਏ ਪੈਂਟਨ ਟੈਂਕਾਂ ਦਾ ਮੁਕਾਬਲਾ ਕੀਤਾ, ਜਿਹੜੇ ਕਿ ਪਾਕਿਸਤਾਨ ਦੀ ਲੜਾਈ ਵਿੱਚ ਵਰਤੋਂ ਜਾ ਰਹੇ ਸਨ। ਅਤੇ 1 ਨਹੀਂ, 2 ਨਹੀਂ, 3 ਨਹੀਂ, ਤਕਰੀਬਨ 7 ਪੈਂਟਨ ਟੈਂਕ ਜਿਹੜੇ ਸੀਗੇ ਉਹਨਾਂ ਦੀ ਰੈਜੀਮੈਂਟ ਵੱਲੋਂ ਤਬਾਹ ਕੀਤੇ ਗਏ। ਅੰਮ੍ਰਿਤਸਰ ਦੇ ਖੇਮਕਰਨ ਦੇ ਕੋਲ ਅਸਲ ਉੱਤਰ ਦੀ ਲੜਾਈ ਦੇ ਵਿੱਚ 1965 'ਚ ਜਿਹੜੀ ਭਾਰਤ ਪਾਕਿਸਤਾਨ ਦੀ ਲੜਾਈ ਹੋਈ, ਇਸ ਇਨਸਾਨ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਅਤੇ ਤੁਸੀਂ ਦੇਖੋ ਕਿ ਪੈਂਟਨ ਟੈਂਕ ਜੋ ਕਿ ਅਮਰੀਕਾ ਦੇ ਬਣੇ ਹੋਏ ਸਨ, ਅਤੇ ਬਾਅਦ 'ਚੋਂ ਅਮਰੀਕਾ ਨੇ ਇੱਕ ਕਮੇਟੀ ਵੀ ਬਣਾਈ ਵੀ ਪਤਾ ਕੀਤਾ ਜਾਵੇ ਵੀ ਇਹ ਟੈਂਕ ਅਸੀਂ ਇੰਨੇ ਜ਼ਿਆਦਾ ਮਜ਼ਬੂਤ ਬਣਾਏ ਸੀਗੇ, ਲੇਕਿਨ ਇੱਕ ਬੰਦੇ ਦੀ 9 ਥ੍ਰਿਲ 9 ਰਾਈਫਲ ਨੇ ਇੰਨੇ ਟੈਂਕਾਂ ਨੂੰ ਇੱਕ ਹਵਾ ਦੇ ਵਿੱਚ ਉਡਾ ਦਿੱਤਾ। ਸੋ ਇਹ ਸਾਡੇ ਵਾਸਤੇ ਬੜੀ ਮਾਣ ਦੀ ਗੱਲ ਹੈ। ਅਤੇ ਉਸ ਤੋਂ ਬਾਅਦ ਕੀ ਹੋਇਆ ਕਿ ਪਾਕਿਸਤਾਨੀ ਸੈਨਾ ਦੇ ਵਿੱਚ ਭਗਦੜ ਮਚ ਗਈ ਜਦੋਂ ਉਹਨਾਂ ਦੇ 7 ਟੈਂਕ ਜਿਹੜੇ ਸੀਗੇ ਬਰਬਾਦ ਹੋ ਗਏ। ਅਤੇ ਵਾਪਸ ਜਾਂਦੀ ਹੋਈ ਫੌਜ ਉੱਪਰ ਵੀ ਜਦੋਂ ਉਹਨਾਂ ਨੇ ਜੀਪ ਦੇ ਉੱਪਰ ਹਮਲਾ ਕੀਤਾ ਅਬਦੁਲ ਹਾਮਿਦ ਨੇ, ਤਾਂ ਪਾਕਿਸਤਾਨ ਦੀ ਸੈਨਾ ਦਾ ਜਿਹੜਾ ਇੱਕ ਟੈਂਕ ਦਾ ਜਿਹੜਾ ਗੋਲਾ ਸੀਗਾ ਉਹਨਾਂ ਦੀ ਜੀਪ ਦੇ ਉੱਪਰ ਗਿਰ ਗਿਆ ਅਤੇ ਉਹ ਬਾਕੀ ਸਾਨੂੰ ਹਿੰਦੁਸਤਾਨੀਆਂ ਨੂੰ ਬਚਾਉਂਦੇ ਹੋਏ, ਆਪਣੀ ਟੁਕੜੀ ਨੂੰ ਬਚਾਉਂਦੇ ਹੋਏ ਆਪ ਉਸ ਜੀਪ ਦੇ ਵਿੱਚ ਸ਼ਹੀਦ ਹੋ ਗਏ। ਅਤੇ ਪਰ ਉਹਨਾਂ ਨੇ ਦੁਸ਼ਮਣ ਦਾ ਮੁਕਾਬਲਾ ਕਰਨਾ ਨਾ ਛੱਡਿਆ ਅਤੇ 9 ਸਤੰਬਰ 1965 ਨੂੰ ਆਪਣੇ ਜ਼ਖਮਾਂ ਦੀ ਤਾਬ ਨਾ ਚੱਲਦੇ ਹੋਏ ਵੀਰ ਗਤੀ ਨੂੰ ਪ੍ਰਾਪਤ ਹੋਏ ਅਤੇ ਉਹਨਾਂ ਨੂੰ ਮਰਨ ਉਪਰੰਤ ਸੈਨਾ ਦਾ ਮੈਡਲ ਪਰਮਵੀਰ ਚੱਕਰ ਦੇ ਕੇ ਸਨਮਾਨਿਆ ਗਿਆ। ਕੈਪਟਨ ਵਿਕਰਮ ਬੱਤਰਾ, ਇਹਨਾਂ ਦਾ ਨਾਮ ਸਾਡੇ ਦਿਲਾਂ ਦੇ ਉੱਪਰ ਹਮੇਸ਼ਾ ਸੁਨਹਿਰੀ ਅੱਖਰਾਂ ਨਾਲ ਲਿਖਿਆ ਰਹੇਗਾ। ਹਿਮਾਚਲ ਦੇ ਛੋਟੇ ਜਿਹੇ ਪਿੰਡ ਦੇ ਵਿੱਚ ਜਨਮ ਲਿਆ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪੜ੍ਹੇ, ਪੜ੍ਹਾਈ ਦੇ ਨਾਲ ਨਾਲ CDS ਦਾ ਪੇਪਰ ਕਲੀਅਰ ਕੀਤਾ ਅਤੇ ਆਰਮੀ ਜੁਆਇਨ ਕੀਤੀ। ਇੱਕ ਛੋਟੇ ਜਿਹੇ ਕਰੀਅਰ ਦੇ ਵਿੱਚ ਆਪਣਾ ਨਾਮ ਹਿੰਦੁਸਤਾਨ ਦੇ ਵਿੱਚ ਇਹ ਬੇਟਾ, ਇਹ ਨੌਜਵਾਨ ਲਿਖਾ ਗਿਆ। 1999 ਦੇ ਵਿੱਚ ਕਾਰਗਿਲ ਦੀ ਲੜਾਈ, ਜਿਹੜੀ ਕਿ ਸਾਡੇ ਵਾਸਤੇ ਇੱਕ ਬਹੁਤ ਹੀ ਮੁਸ਼ਕਲ ਲੜਾਈ ਸੀ, ਕਿਉਂਕਿ ਸਾਨੂੰ ਇਸ ਦੇ ਬਾਰੇ ਪਤਾ ਵੀ ਨਹੀਂ ਚੱਲਿਆ ਕਿ ਰਾਤੋਂ ਰਾਤ ਕਿਵੇਂ ਦੁਸ਼ਮਣ ਦੀ ਸੈਨਾ ਨੇ ਸਾਡੀਆਂ ਚੋਟੀਆਂ ਦੇ ਉੱਪਰ ਕਬਜ਼ਾ ਕਰ ਲਿਆ ਸੀ। 1999 ਵਿੱਚ ਕਾਰਗਿਲ ਦੀ ਲੜਾਈ ਦੀਆਂ ਚੋਟੀਆਂ ਸੀਗੀਆਂ। 51-40 ਚੋਟੀ ਨੂੰ ਆਪਣੇ ਕਬਜ਼ੇ ਵਿੱਚ ਲਿਆ, ਆਪਣੇ ਆਫੀਸਰ ਦੀ ਜਾਨ ਬਚਾਈ। ਇਹ ਦਿਲ ਮੰਗੇ ਮੋਰ, ਸ਼ਰੂਤੀ ਮੈਮ, ਇਹ ਇੱਕ ਲਾਈਨ ਹੈ, ਬੜੀ ਹੀ ਦਿਲ ਨੂੰ ਟੁੰਬਵੀਂ ਲਾਈਨ ਹੈ। ਦਿਲ ਮੰਗੇ ਮੋਰ ਸ਼ਬਦ ਨੇ ਭਾਰਤੀ ਸੈਨਾ ਦੇ ਵਿੱਚ ਜੋਸ਼ ਭਰ ਦਿੱਤਾ ਅਤੇ ਇਹਨਾਂ ਦੇ ਜੋਸ਼ ਨੂੰ ਦੇਖਦਿਆਂ ਹੋਇਆ ਬਾਅਦ ਵਿੱਚ ਇਹਨਾਂ ਨੂੰ 48-75 ਚੋਟੀ ਤੇ ਕਬਜ਼ਾ ਕਰਨ ਲਈ ਕਿਹਾ ਗਿਆ। ਇਹ ਅੱਗੇ ਵਧੇ ਅਤੇ ਇਹਨਾਂ ਨੇ ਦੁਸ਼ਮਣ ਦਾ ਮੁਕਾਬਲਾ ਬਹੁਤ ਹੀ ਹਿੰਮਤ ਅਤੇ ਦਲੇਰੀ ਨਾਲ ਕੀਤਾ। ਔਕੜਾਂ ਅਤੇ ਅਤਿਅੰਤ ਖਤਰੇ ਦੇ ਬਾਵਜੂਦ ਉਸਨੇ ਭਾਰੀ ਗੋਲੀਬਾਰੀ ਵਿੱਚ ਆਪਣੇ ਅਫਸਰਾਂ ਨੂੰ ਬਚਾਇਆ, ਪਰ
ਆਪਣੇ ਆਪ ਨੂੰ ਨਾ ਬਚਾ ਸਕਿਆ ਅਤੇ 7 ਜੁਲਾਈ 1999 ਨੂੰ ਦੇਸ਼ ਲਈ ਆਪਣੀ ਜਾਨ ਸਮਰਪਿਤ ਕਰ ਦਿੱਤੀ। ਆਪ ਸ਼ਹੀਦ ਹੋ ਗਏ ਅਤੇ ਬੇਟੇ ਉਸ ਟਾਈਮ ਉਹਨਾਂ ਦੀ ਉਮਰ ਮਹਿਜ਼ 24 ਸਾਲ ਦੀ ਸੀ। ਭਾਰਤ ਨੂੰ ਇਹਨਾਂ ਦੀ ਸ਼ਹੀਦੀ ਤੇ ਹਮੇਸ਼ਾ ਹੀ ਮਾਣ ਰਹੇਗਾ ਅਤੇ ਸਰਕਾਰ ਨੇ ਇਹਨਾਂ ਨੂੰ परमवीर चक्र नाल सम्मानिया। बच्चों, आपने अभी अपनी जसप्रीत मैडम से कितने सारे वीरों की गाथाएं सुनी और एक आपने नोटिस किया होगा एक बात कि ज़्यादातर ये शहीद आज जो हमने चर्चा की कहीं ना कहीं पंजाब की धरती से जुड़े थे। बच्चों, आप सभी से गुजारिश है, सारे अध्यापक साहिबान जो देख रहे हैं उनसे भी करबद्ध प्रार्थना है कि आप अपने बच्चों को एक प्रोजेक्ट दें कि वो जिस भी जिले से हैं, जिस भी पिंड से हैं, वो जिस भी जगह से संपर्क रखते हैं, वहाँ के शहीदों को उनके बारे में पता करें, उनके घर जाएं, उनका एक ब्यौरा, उनका डिटेल बच्चों को कहें कि वो प्रोजेक्ट के रूप में बनाएं। क्योंकि जब हम वीरों की गाथाएं सुनते हैं तो उनसे जुड़ते हैं और जब हम जुड़ते हैं तो वही जज्बा हमारे अंदर भी पैदा होता है कि जब वो कर गए तो हम क्यों नहीं कर सकते हैं। प्यारे बच्चों, ये जो ध्वजा है, जो ये तिरंगा झंडा है, ये खाली एक झंडा नहीं है बल्कि इसके 3 रंग एक बहुत बड़ा संदेश भी देते हैं। जो इसका केसरिया रंग है वो करेज को दिखाता है, सेक्रीफाइस को दिखाता है, ताकत को दिखाता है और ये बताता है कि हमारा हिंदुस्तान आज भी विश्व में एक हिम्मत के साथ, करेज के साथ खड़ा हुआ है। न जाने कितने वीरों ने जो सेक्रीफाइस करा है उस बात की भी ये केसरिया रंग याद दिलाता है। जो सफेद रंग है ध्वजा में वो शांति का प्रतीक है। हमारा भारत, हमारा हिंदुस्तान एक पीस लविंग कंट्री है। वो एक शांति चाहता है और शांति के लिए वो किसी भी हद तक जा सकता है। ये डरने वाला देश नहीं है। और साथ ही साथ जो हरा रंग है बच्चों, वो बताता है समृद्धि, खुशहाली, अबंडेंस, प्रॉस्पेरिटी, ग्रोथ। हमारे हिंदुस्तान में हर क्षेत्र में, हमारे पंजाब में भी ग्रोथ हो रही है, विकास हो रहा है। हम सब मिलकर अपने हिंदुस्तान की ग्रोथ में, विकास में, शांति को वापस लाने में, हिम्मत दिखाने में सहयोग दें। ये खाली स्वतंत्रता दिवस का सेलिब्रेशन, ये खाली झंडा लहराने से नहीं होगा बल्कि देश में जो इसकी देश का विकास है इसमें अपनी भागीदारी दिखानी होगी, मजबूत रहना होगा, सशक्त खड़े रहना होगा। आइए आज हम सब मिलके इस आज़ादी के महोत्सव में शामिल हों, खूब अच्छी तरीके से इस जश्न को मनाएं और हर घर में तिरंगा फहलाएं। धन्यवाद। धन्यवाद।